ਸਤਿ ਸ਼੍ਰੀ ਅਕਾਲ ਸਟੂਡੈਂਟਸ ਮਾਈਸੈਲਫ ਸੰਕਲਪ ਗੁਪਤਾ। ਜਿਵੇਂ ਕਿ ਸਾਡਾ ਪੋਲਿਟੀ ਦਾ ਅੱਜ 4th ਲੈਕਚਰ ਹੈ ਤੇ ਅਸੀਂ ਜਿਹੜਾ ਟੌਪਿਕ ਅੱਜ ਡਿਸਕਸ ਕਰਨ ਵਾਲੇ ਹਾਂ ਬਹੁਤ ਇੰਪੋਰਟੈਂਟ ਹੈ ਕਨਸਟੀਟਿਊਸ਼ਨ ਦੇ ਅੰਡਰ। ਉਸ ਟੌਪਿਕ ਦਾ ਨਾਮ ਹੈ ਪ੍ਰੀਐਮਬਲ। ਪ੍ਰੀਐਮਬਲ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਬਿਕੋਜ਼ ਇਹਦੇ ਵਿੱਚ ਡਾਇਰੈਕਟ ਕੁਐਸਚਨਸ ਆਉਣ ਦੀ ਕਾਫੀ ਉਮੀਦ ਹੈ। ਇਹਦੇ ਵਿੱਚ ਜ਼ਿਆਦਾ ਕੁਝ ਲਾਈਕ ਬਹੁਤ ਜ਼ਿਆਦਾ ਤੁਹਾਨੂੰ ਸਮਝਣ ਦੀ ਲੋੜ ਨਹੀਂ ਹੈ, ਫੈਕਚੁਅਲ ਇਨਫੋਰਮੇਸ਼ਨ ਕਾਫੀ ਹੈ। ਸੋ ਅੱਜ ਅਸੀਂ ਸਟਾਰਟ ਕਰਨ ਲੱਗੇ ਹਾਂ ਪ੍ਰੀਐਮਬਲ। ਪ੍ਰੀਐਮਬਲ ਬੇਸਿਕਲੀ ਕੀ ਹੁੰਦਾ ਹੈ? ਅਰਲੀਅਰ ਕਾਲਡ ਆਬਜੈਕਟਿਵ ਰੈਜ਼ੋਲੂਸ਼ਨ। ਬੇਸਿਕਲੀ ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਤੋਂ ਇਹਦੀ ਕਹਾਣੀ ਸ਼ੁਰੂ ਹੋਈ ਸੀ, ਜੋ ਕਿ ਜਵਾਹਰ ਲਾਲ ਨਹਿਰੂ ਜੀ ਲੈ ਕੇ ਆਏ ਸੀਗੇ 22 ਅਗਸਤ 1947 ਚ। ਆਬਜੈਕਟਿਵ ਕੀ ਹੁੰਦੇ ਆ? ਅਸੀਂ ਸਪੋਜ਼ ਕਰੋ ਕੋਈ ਵੀ ਕੰਮ ਕਰਨਾ, ਓਕੇ, ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਉਹ ਕੰਮ ਕਿਉਂ ਕਰਨਾ। ਸਾਡੇ ਪੂਰੇ ਆਬਜੈਕਟਿਵਸ ਮੈਂਸ਼ਨ ਹੁੰਦੇ ਆ। ਜੇ ਅਸੀਂ ਪੁਲਿਸ ਭਰਤੀ 'ਚ ਜਾਣਾ ਹੈ, ਕਿਉਂ ਜਾਣਾ ਹੈ? ਅਸੀਂ ਲਾਈਕ ਸਰਵਿਸ ਕਰਨੀ ਹੈ ਨੇਸ਼ਨ ਵਾਸਤੇ, ਕ੍ਰਾਈਮਸ ਨੂੰ ਦੂਰ ਕਰਨਾ ਹੈ, FIRs ਲਾਂਚ ਕਰਨੀ ਹੈ, ਲਾਅ ਐਂਡ ਆਰਡਰ ਮੇਨਟੇਨ ਕਰਨਾ। ਸੋ ਜੇ ਸਾਨੂੰ ਆਬਜੈਕਟਿਵ ਨਹੀਂ ਪਤਾ ਹੋਣਗੇ ਅਸੀਂ ਕੋਈ ਵੀ ਚੀਜ਼ ਕੰਮ ਨਹੀਂ ਕਰ ਸਕਦੇ। ਸੋ ਪ੍ਰੀਐਮਬਲ ਬੇਸਿਕਲੀ ਕੀ ਹੈ? ਇੱਕ ਆਬਜੈਕਟਿਵਸ ਦਾ ਡਾਕੂਮੈਂਟ ਹੈ ਕਿ these are our objectives, ਇਹ ਸਾਡੇ ਆਬਜੈਕਟਿਵਸ ਹੈ, ਇਹਨੂੰ ਅਸੀਂ ਏਦਾਂ ਬਣਾਉਣਾ ਹੈ। ਸਿਮਿਲਰਲੀ ਕਨਸਟੀਟਿਊਸ਼ਨ ਜਦੋਂ ਬਣਾਉਣਾ ਸੀਗਾ ਸਾਡਾ, ਜਦੋਂ ਬਣ ਗਿਆ ਸੀ ਤੋ ਇੱਕ ਆਬਜੈਕਟਿਵਸ ਬਣਾਤੇ ਸੀਗੇ ਐਟ ਦ ਐਂਡ। ਮਤਲਬ ਉਹ ਤਾਂ ਕਿਉਂ ਬਣਾਏ ਸੀਗੇ? ਤਾਂ ਕਿ ਜੋ ਚੀਜ਼ਾਂ ਅਸੀਂ ਕਨਸਟੀਟਿਊਸ਼ਨ 'ਚ ਲਿਖਾਂਗੇ, ਅਸੀਂ ਸਾਡਾ ਪੂਰੀ ਜਿਹੜੀ ਵਰਕਿੰਗ ਆਫ ਦਾ ਗਵਰਨਮੈਂਟ ਆ ਉਹ ਚੀਜ਼ਾਂ ਉਹਦੇ ਵਿੱਚ ਹੋ ਜਾਣੀ ਚਾਹੀਦੀਆਂ। ਸਪੋਜ਼ ਕਰੋ ਜਿੱਦਾਂ ਸਾਡੇ ਕਨਸਟੀਟਿਊਸ਼ਨ 'ਚ ਲਿਖਤਾ ਹੋਇਆ ਕਿ ਫੰਡਾਮੈਂਟਲ ਰਾਈਟਸ ਗਾਰੰਟੀ ਕਰਨੀ ਹੈ, ਤਾਂ ਉਹਦਾ ਆਬਜੈਕਟਿਵ ਕੀ ਹੈ? ਤਾਂ ਕਿ ਲੋਕਾਂ ਦੇ ਉੱਤੇ ਕੋਈ ਡਿਕਟੇਟਰਸ਼ਿਪ ਨਾ ਆ ਸਕੇ ਗਵਰਨਮੈਂਟ ਦੀ, ਠੀਕ ਹੈ ਨਾ। ਗਵਰਨਮੈਂਟ ਕਿਸੇ ਦੇ ਜਿਹੜੇ ਨਾਰਮਲ ਹੱਕ ਹੈ ਦੂਰ ਨਾ ਕਰ ਸਕਣ। ਤੇ ਇਹ ਸਾਡੇ ਕੀ ਹੈ? ਬੇਸਿਕ ਰਾਈਟਸ ਨੇ, ਫੰਡਾਮੈਂਟਲ ਰਾਈਟਸ ਨੇ, ਆਬਜੈਕਟਿਵ ਹੈ, ਠੀਕ ਹੈ ਨਾ। ਸੋ ਆਬਜੈਕਟਿਵਸ ਨੂੰ ਬਾਅਦ ਵਿੱਚ ਇੱਕ ਟਰਮ ਦੇ ਦਿੱਤੀ ਜਾਂਦੀ ਹੈ ਪ੍ਰੀਐਮਬਲ। ਸੋ the earlier name of the preamble was objective resolution. It was proposed by Pandit Jawaharlal Nehru on 13 December 1946 and ਇਹਦਾ ਇੱਕ ਹੋਰ ਨਾਮ ਬਹੁਤ ਇੰਪੋਰਟੈਂਟ ਹੈ ਸਟੂਡੈਂਟਸ। It is also called the philosophy of the constitution. Philosophy ਕਹਿ ਸਕਦੇ ਹੋ ਕਿ constitution ਦੀ ਸੋਚ, ਠੀਕ ਹੈ, ਉਹਨੂੰ ਅਸੀਂ ਕਹਿ ਸਕਦੇ ਹਾਂ ਅਸੀਂ preamble. So preamble is called the philosophy of the constitution. Amended once by 42nd amendment. ਇੱਕ ਵਾਰੀ ਇਹਨੂੰ ਅਮੈਂਡ ਕੀਤਾ ਸੀਗਾ। ਤੁਹਾਡੇ ਰਾਈਟ ਸਾਈਡ ਤੇ ਇੱਕ ਪ੍ਰੀਐਮਬਲ ਦਾ ਬਹੁਤ ਸੋਹਣਾ ਪੇਜ ਦਿਖ ਰਿਹਾ, ਠੀਕ ਹੈ। ਕਾਫੀ ਇਹਦੀ ਡੈਕੋਰੇਸ਼ਨ ਹੈ। ਇਹਦੀ ਡੈਕੋਰੇਸ਼ਨ ਵੀ ਬਿਹੋਰ ਰਾਮ ਮਨੋਹਰ ਸਿਨਹਾ ਨੇ ਕੀਤੀ ਸੀ। ਜਿਵੇਂ ਤੁਹਾਨੂੰ ਮੈਂ ਕੁਐਸਚਨ ਦੱਸਿਆ ਸੀਗਾ ਕਿ who was the person ਜਿਹੜਾ ਡੈਕੋਰੇਸ਼ਨ ਦੇ ਬਿਹਾਈਂਡ ਸੀਗਾ ਕਨਸਟੀਟਿਊਸ਼ਨ ਦੀ, ਕੌਣ ਸੀਗਾ? ਬਿਹੋਰ ਰਾਮ ਮਨੋਹਰ ਸਿਨਹਾ। ਸੋ ਦ ਕਨਸਟੀਟਿਊਸ਼ਨ ਇਟ ਵਾਸ ਅਮੈਂਡਡ ਵਾਂਸ। ਇੱਕ ਵਾਰੀ ਇਹਦੀ ਅਮੈਂਡਮੈਂਟ ਅਸੀਂ ਕਰਵਾਈ ਹੋਈ ਹੈ, ਠੀਕ ਹੈ। 1976 42ਵੀਂ ਅਮੈਂਡਮੈਂਟ, 42nd ਅਮੈਂਡਮੈਂਟ 1976 ਅਮੈਂਡ ਹੁੰਦਾ ਹੈ ਤੇ ਇਹਦੇ ਵਿੱਚ 3 ਵਰਡਸ ਐਡ ਕਰ ਦਿੱਤੇ ਜਾਂਦੇ ਆ, ਜਿਹੜੇ ਵਰਡਸ ਹੁੰਦੇ ਆ ਸੋਸ਼ਲਿਸਟ, ਸੈਕੂਲਰ ਐਂਡ ਇੰਟੈਗ੍ਰਿਟੀ। ਪਲੀਜ਼ ਵਾਚ ਦਾ 4th ਪੁਆਇੰਟ ਆਫ ਦਿਸ PPT, ਦਿਸ ਵਨ। ਇਸ ਪੁਆਇੰਟ ਤੇ ਤੁਸੀਂ ਜਾਓ ਪਲੀਜ਼। It was amended once by 42nd Amendment 1976 when the 3 words were added. Those words were socialist, secular and integrity. ਸਾਡਾ ਜਿਹੜਾ ਅਰਲੀਅਰ ਡਾਕੂਮੈਂਟ ਸੀਗਾ ਪ੍ਰੀਐਮਬਲ ਦਾ, ਉਹਦੇ ਵਿੱਚ 3 ਵਰਡਸ ਨਹੀਂ ਸੀ। 42ਵੀਂ ਅਮੈਂਡਮੈਂਟ 1976 ਦੇ ਵਿੱਚ ਅਸੀਂ ਇਹ 3 ਵਰਡਸ ਐਡ ਕਰ ਦਿੰਨੇ ਆ, ਸੋਸ਼ਲਿਸਟ, ਸੈਕੂਲਰ ਐਂਡ ਇੰਟੈਗ੍ਰਿਟੀ। ਬਹੁਤ ਹੀ ਇੰਪੋਰਟੈਂਟ ਹੈ, ਡਾਇਰੈਕਟ ਕੁਐਸਚਨ ਆ ਸਕਦਾ ਹੈ ਇਸ ਪੁਆਇੰਟ ਤੋਂ। ਅੱਗੇ ਵਧਦੇ ਹਾਂ ਸਟੂਡੈਂਟਸ। ਸੋ ਪਹਿਲਾਂ ਹੁਣ ਅਸੀਂ ਕਨਸਟੀਟਿਊਸ਼ਨ ਪ੍ਰੀਐਮਬਲ ਦਾ ਟੈਕਸਟ ਪੜ੍ਹਦੇ ਹਾਂ। We the people of India, ਪਹਿਲਾਂ ਅਸੀਂ ਰੀਡ ਕਰਾਂਗੇ, ਠੀਕ ਹੈ। ਹੋਪ ਸੋ ਤੁਸੀਂ ਵੀ ਨਾਲ ਰੀਡ ਕਰਿਓ। We the people of India, having solemnly resolved to constitute into sovereign, socialist, secular, democratic republic and to secure all its citizens justice, social, economic and political liberty. ਕਿਸ ਚੀਜ਼ ਦੀ ਲਿਬਰਟੀ ਹੁੰਦੀ ਹੈ? ਥਾਟ, ਸੋਚਣ ਦੀ, ਐਕਸਪ੍ਰੈਸ਼ਨ, ਬੋਲਣ ਦੀ, ਬਿਲੀਫ, ਆਪਣਾ ਕੋਈ ਵੀ ਤੁਹਾਡਾ ਪਰਸਪੈਕਟਿਵ ਹੁੰਦਾ ਸੋਚਣ ਦਾ, ਫੇਥ, ਕਿਸੇ ਤੇ ਵੀ ਤੁਸੀਂ ਭਰੋਸਾ ਕਰ ਸਕਦੇ ਹੋ, ਕਿਸੇ ਚੀਜ਼ ਤੇ ਵੀ, ਕਿਸੇ ਵੀ ਰੱਬ 'ਚ ਭਰੋਸਾ ਕਰ ਸਕਦੇ ਹੋ, ਤੇ ਵਰਸ਼ਿਪ, ਕਿਸੇ ਵੀ ਰੱਬ ਨੂੰ ਮੰਨ ਸਕਦੇ ਹੋ। ਫਿਰ ਇਕੁਐਲਿਟੀ ਹੁੰਦੀ ਹੈ। ਇਕੁਐਲਿਟੀ ਆਫ ਕਿਹਦੀ ਹੈ? ਸਟੇਟਸ ਐਂਡ ਓਪਰਚੁਨਿਟੀ, and to promote all of them among them the fraternity.
ਫਰੈਟਰਨਿਟੀ ਦਾ ਸਟੂਡੈਂਟਸ ਮੀਨਿੰਗ ਹੁੰਦਾ ਹੈ, ਮੈਂ ਤੁਹਾਨੂੰ ਲਿਖ ਕੇ ਦੱਸ ਦਿੰਨਾ। ਫਰੈਟਰਨਿਟੀ ਦਾ ਮੀਨਿੰਗ ਹੁੰਦਾ ਹੈ, ਇੱਕ ਸੈਕਿੰਡ ਸਟੂਡੈਂਟਸ, brotherhood। means ਭਾਈਚਾਰਾ। fraternity means assuring ਜੇ brotherhood ਹੋਏਗਾ ਸਾਰੀ ਕੰਟਰੀ 'ਚ, ਸਾਰੇ ਲੋਕਾਂ 'ਚ ਇੱਕ ਭਾਈਚਾਰਾ ਹੋਏਗਾ ਤੇ ਇੱਕ ਕੀ ਹੋਏਗੀ, ਦੋ ਚੀਜ਼ਾਂ ਮਿਲਣਗੀਆਂ। ਇੱਕ ਤੇ ਮਿਲਦੀ ਹੈ ਇੰਡੀਵਿਜੂਅਲ ਨੂੰ, ਇੱਕ ਮਿਲਦੀ ਹੈ ਨੈਸ਼ਨਲ ਲੈਵਲ ਤੇ। ਇੰਡੀਵਿਜੂਅਲ ਲੈਵਲ ਤੇ ਕੀ ਮਿਲੇਗਾ ਸਾਨੂੰ, ਡਿਗਨਿਟੀ, ਇੱਜ਼ਤ, ਸਾਡੀ ਆਪਣੀ ਇੱਜ਼ਤ। ਤੇ ਨੈਸ਼ਨਲ ਲੈਵਲ ਤੇ ਕੀ ਮਿਲੇਗੀ ਸਾਨੂੰ, ਯੂਨਿਟੀ ਐਂਡ ਇੰਟੈਗ੍ਰਿਟੀ। ਸਟੂਡੈਂਟਸ ਯੂਨਿਟੀ ਐਂਡ ਇੰਟੈਗ੍ਰਿਟੀ ਦਾ ਕੀ ਮਤਲਬ ਹੋ ਗਿਆ, ਇਕੱਠ। ਇੰਟੈਗ੍ਰਿਟੀ ਦਾ ਕੀ ਮਤਲਬ ਹੋ ਗਿਆ, ਇਕੱਠੇ ਹੋ ਕੇ ਚੱਲਣਾ। ਜਿਵੇਂ ਸਾਨੂੰ ਮੈਂ ਇੱਕ ਲੈਕਚਰ 'ਚ ਦੱਸਿਆ ਸੀ ਕਿ ਜੁਡੀਸ਼ਰੀ ਕੀ ਹੁੰਦੀ ਹੈ, ਇੰਟੈਗ੍ਰੇਟਿਡ ਜੁਡੀਸ਼ਰੀ ਹੈ ਸਾਡੀ। ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟਸ, ਇੱਕੋ ਹੀ ਲਾਅ ਚੱਲਦੇ ਆ ਤਿੰਨੋਂ ਕੋਰਟਸ ਤੇ। ਸੋ ਉਦਾਂ ਹੀ ਪੂਰਾ ਇਕੱਠ ਦੇ ਨਾਲ ਚੱਲਾਂਗੇ। ਫਰੈਟਰਨਿਟੀ ਜਦੋਂ ਆਏਗੀ ਸਾਨੂੰ ਦੋ ਚੀਜ਼ਾਂ ਮਿਲਦੀਆਂ, ਇੰਡੀਵਿਜੂਅਲ ਲੈਵਲ ਤੇ ਕੀ ਮਿਲਦਾ ਹੈ, ਡਿਗਨਿਟੀ, ਤੇ ਨੈਸ਼ਨਲ ਲੈਵਲ ਤੇ ਕੀ ਮਿਲਦੀ ਹੈ, ਯੂਨਿਟੀ ਐਂਡ ਇੰਟੈਗ੍ਰਿਟੀ। So, in a Constitution Assembly, this 26th day of the November 1949, do hereby adopt, enact, and give to ourselves this Constitution. So, a date केड़ी है students? Please mention करो comments. जिवें कि तुहानू पता है date केड़ी है? Adoption date of the Constitution. जिस दिन साडा Constitution की होया सीगा, अपनाया गया सीगा. So students, ਇਹ ਤੁਸੀਂ ਪੂਰਾ ਦਾ ਪੂਰਾ ਇੱਕ preamble ਦਾ notice ਹੈ। ਇਸ ਨੂੰ ਇੱਕ ਵਾਰੀ ਹੱਥ ਨਾਲ ਲਿਖੋ ਆਪਣੀ ਕਾਪੀਜ਼ 'ਚ, ਬਿਕੋਜ਼ ਤੁਸੀਂ ਇੱਕ ਵਾਰੀ ਇਹਨੂੰ ਲਿਖੋਗੇ ਤੇ ਤੁਹਾਨੂੰ ਇਹ ਯਾਦ ਹੋਏਗਾ। ਕਿਉਂ? ਕਿਉਂਕਿ ਪ੍ਰੀਐਮਬਲ ਲੱਗਦਾ ਛੋਟਾ ਹੈ, ਬਟ ਇਹ 'ਚ ਕੁਐਸਚਨਸ ਬਹੁਤ ਬਣ ਕੇ ਆਣੇ ਤੁਹਾਨੂੰ, ਉਹ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਬਣ ਕੇ ਆਣੇ। ਤੇ ਸਿੱਧਾ ਸਿੱਧਾ ਕੁਐਸਚਨ ਅਸੀਂ ਕਦੀ ਵੀ ਗਲਤ ਨਹੀਂ ਕਰਨਾ। Okay, so students, now we are going to discuss preamble बारे थोड़े basic information। preamble की है? A preamble is an introductory statement in a document। कोई भी एक document दा एक introduction है। असी books पढ़ते हैं, suppose करो history दी किताब है, polity दी किताब है, science दी किताब है, उस तो पहला एक book दी introduction मिलती है। मैं index दी गल नहीं कर रहा, इंडेक्स तो पहला एक बुक की इंट्रोडक्शन होंदी है कि यह जिहड़ी बुक है इहदे विच यह चीज़ां लिखियां हुई हैं, इस बुक तो पढ़न नाल बच्चों नूं यह चीज़ां दी अंडरस्टैंडिंग हो जाएगी, यह बुक नूं पढ़न नाल सानूं इस कंसैप्ट दी अंडरस्टैंडिंग हो जाएगी। बेसिकली की है, तुहाडी बुक दी इंट्रोडक्शन है, तुहाडी बुक दे एक ऑब्जेक्टिव दस्से, बुक क्यों पढ़नी क्यों है तुसीं, ठीक है। सो preamble is an introductory statement जो कि करदी explain the documents philosophy and the objectives कि जिन्ने भी तुहाडे डॉक्यूमेंट दी एक फिलोसफी की है, तुहाडे डॉक्यूमेंट दी ऑब्जेक्टिव की हासिल की करना चाहते हो इस डॉक्यूमेंट तो, ठीक है, वो दस्या होया है। डॉक्यूमेंट केड़ा है? पूरी कॉन्स्टिट्यूशन दी किताब। उस किताब तो पहला ओदी फिलोसफी बारे गल दस कीती हुई है। इन अ कॉन्स्टिट्यूशन इट प्रेजेंट्स द इंटेंशन ऑफ इट्स फ्रेमर्स, जिसने भी इसनूं बनाया ओदी इंटेंशन, कि बेसिकली इंटेंशन की सी साडे कॉन्स्टिट्यूशन बनाने वालियां दी कि जो चीज़ां लिख रहे ने। हिस्टरी बिहाइंड द क्रिएशन, इदां दे किहड़े इवेंट्स आए कि नौबत आई सानू कॉन्स्टिट्यूशन बनाने दी, ते कोर वैल्यूज कि बेसिकली अंदर मुद्दा की है, वैल्यू की है साडे कॉन्स्टिट्यूशन दी, प्रिंसिपल्स की है साडे कॉन्स्टिट्यूशन दे नेशन दे। सो सानू बेसिकली प्रीएम्बल तो चार चीज़ां मिलदियां, यह चीज़ां याद होनियां चाहिए बिकॉज पेपर च आ सकदियां। पहला स्टूडेंट्स मिलता सानू सोर्स ऑफ द कॉन्स्टिट्यूशन, याद रखना है। इस तो बाद अगली स्लाइड च असीं इन्हां नूं डिटेल च पढ़ांगे। सोर्स, नेचर ऑफ द इंडियन स्टेट, साडी इंडियन स्टेट दी, इंडिया दी नेचर किहो जी है साडी कंट्री दी, स्टेटमेंट ऑफ इट्स ऑब्जेक्टिव्स, इहदे जिहड़े ऑब्जेक्टिव्स दी की मायने की रखते हैं, ऑब्जेक्टिव्स की ने साडे,
ਤੇ ਲਾਸਟ ਤੇ ਸਾਨੂੰ ਤੁਹਾਨੂੰ ਪਤਾ ਹੈ ਜਿਵੇਂ ਕਿ ਪ੍ਰੀਐਮਬਲ ਦਾ ਟੈਕਸਟ ਦੇ ਲਾਸਟ ਤੇ ਕੀ ਦਿੱਤਾ ਹੈ ਅਡਾਪਸ਼ਨ ਡੇਟ ਦਿੱਤੀ ਹੋਈ ਹੈ ਸੋ ਸਟੂਡੈਂਟਸ ਨਾਓ ਵੀ ਆਰ ਗੋਇੰਗ ਟੂ ਨੈਕਸਟ ਸਲਾਈਡ ਓਕੇ ਪਹਿਲਾਂ ਅਸੀਂ ਪੜਾਂਗੇ It is indicated by the preamble that the source of authority of the constitution lies with the people of India. So ਤੁਹਾਨੂੰ ਪਹਿਲਾ ਜਿੱਦਾਂ point ਦੱਸਿਆ ਸੀਗਾ source of authority. Source of authority ਦੀ ਕੀ ਹੈ people of India. ਪਹਿਲਾ ਟੈਕਸਟ ਪਹਿਲੀ ਲਾਈਨ ਕੀ ਲਿਖੀ ਹੈ we the people of India. That means ਕਿ ਇਹ ਜਿਹੜਾ ਕਨਸਟੀਟਿਊਸ਼ਨ ਹੈ ਇਹਦੀ ਅਥਾਰਟੀ ਬੇਸਿਕਲੀ ਕਿਹਦੇ ਕੋਲ ਹੈ ਲੋਕਾਂ ਕੋਲ ਹੈ ਇਹ ਲੋਕਾਂ ਨੇ ਆਪਣੇ ਆਪ ਨੂੰ ਕਨਸਟੀਟਿਊਸ਼ਨ ਦਿੱਤਾ ਹੈ ਸੋ ਸੋਰਸ ਆਫ ਅਥਾਰਟੀ ਆਫ ਦਾ ਕਨਸਟੀਟਿਊਸ਼ਨ ਇਸ ਅਸਲੀ ਮਾਲਿਕ ਇਸ ਕਨਸਟੀਟਿਊਸ਼ਨ ਦਾ ਬੇਸਿਕਲੀ ਜੋ ਵੀ ਚੀਜ਼ ਪ੍ਰਿੰਸੀਪਲਸ ਆ ਕੌਣ ਦੇ ਰਿਹਾ ਹੈ people of India ਇਹ ਸਿੱਧਾ ਕੁਐਸਚਨ ਹੈ what is the source of authority of our constitution people of India please ਇਹ ਕਾਪੀ ਚ ਲਿਖ ਲਓ ਡਾਇਰੈਕਟ ਕੁਐਸਚਨ ਆ ਸਕਦਾ ਹੈ second Preamble declares India to be sovereign, socialist, secular, democratic and republic. ਇਹ basically ਕੀ ਹੈ nature of state ਕਿ ਸਾਡੀ ਜਿਹੜੀ state ਹੈ ਉਹ ਕਿੱਦਾਂ ਦੀ ਹੈ sovereign ਹੈ socialist ਹੈ secular ਹੈ democratic ਹੈ republic ਹੈ ਹੁਣ students ਇਹ ਪੰਜਾਂ ਅੱਖਰਾਂ ਦੇ meanings different ਨੇ ਕਾਫੀ ਹੱਦ ਤੱਕ students ਹੋਣਗੇ ਜਿਨ੍ਹਾਂ ਨੂੰ ਇਹਨਾਂ ਦੇ ਮਤਲਬ ਪਤਾ ਹੈ ਕਈ students ਹੋਣਗੇ ਜਿਨ੍ਹਾਂ ਨੇ first time ਸੁਣਿਆ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਅੱਜ ਇੱਕ ਬਿਲਕੁਲ ਕਹਿ ਲਓ ਕਿ ਇੰਟਰੋਡਕਸ਼ਨ ਦੇਣੀ ਹੈ ਛੋਟੀ ਛੋਟੀ ਇਹਨਾਂ ਦੀ ਨਹੀਂ ਤਾਂ ਬਹੁਤ ਵੱਡੇ ਟੌਪਿਕਸ ਹੈ ਨੇਚਰ ਸਾਡੀ ਮੀਨਸ ਸਾਡੀ ਜਿਹੜੀ ਕੰਟਰੀ ਹੈ ਉਹ ਕਿੱਦਾਂ ਦੀ ਹੈ ਸੋਵਰਨ ਹੈ ਪਹਿਲੇ ਹੀ ਸੋਵਰਨ ਤੇ ਆਨੇ ਆ ਠੀਕ ਹੈ ਸੋਵਰਨ ਦਾ ਮਤਲਬ ਕੀ ਹੁੰਦਾ ਤੁਹਾਨੂੰ ਕੱਲ ਵੀ ਉਦੋਂ ਦੱਸਿਆ ਸੀਗਾ ਆਜ਼ਾਦ ਠੀਕ ਹੈ ਆਜ਼ਾਦੀ ਨਾਲ ਫੈਸਲੇ ਲੈਣੇ ਕਿਆ ਇੰਡੀਆ ਕੋਈ ਵੀ ਫੈਸਲਾ ਕਿ ਯੂਐਸ ਨੂੰ ਪੁੱਛ ਕੇ ਲੈਂਦੀ ਹੈ ਨਹੀਂ क्या इंडिया ने सपोज करो कोई स्कीम लॉन्च करनी है गरीबां वास्ते क्या वो यूके ਨੂੰ ਪੁੱਛੇਗੀ फैसला ਲੈਣ ਵੇਲੇ नहीं जे सपोज करो उन्हें मैरीटाइम सिक्योरिटी समुद्र च अपने जहाज ਵਧਾਣੇ है समुद्री जहाज ठीक है क्या वो यूएस ਨੂੰ ਪੁੱਛੇਗੀ ਕਰਨ ਤੋਂ ਪਹਿਲਾਂ नहीं फिर ਇਹ ਸਾਰੇ ਫੈਸਲੇ ਇੰਡੀਪੈਂਡੈਂਟਲੀ ਲੈ ਰਹੀ ਹੈ ਨਾ ਸੋ ਇਹਨੂੰ ਕੀ ਕਹਿੰਦੇ ਸੋਵਰਨ ਅਸੀਂ ਕਿਸੇ ਵੀ ਕੰਟਰੀ ਦੇ ਅਧੀਨ ਨਹੀਂ ਹਾਂ ਸੋਵਰਨ ਦਾ ਮਤਲਬ ਹੈ ਹੁੰਦਾ दूसरा वर्ड आ जाता है सोशलिस्ट सोशलिस्ट का मतलब की हुंदा है एक तीन तरह के साडे कोल सोशल हुंदियां चीज़ां जस्टिस हुंदे सोशल इकोनॉमिक एंड पॉलिटिकल ठीक है सोशलिस्ट का मीनस हुंदा है कि तुहानूं मैं इस थोड़ी सिंपल भाषा च दसना सोशलिज्म हुंदा की है एक हुंदा सोशलिज्म एक हुंदा कैपिटलिज्म सोशलिज्म दे विच की हुंदा वेलफेयर हुंदी है सोसाइटी दे विच ठीक है असी ਜਿਹੜੇ ਗਰੀਬ ਤਬਕਾ ਹੈ ਜਾਂ ਡਿਸਟ੍ਰੀਬਿਊਸ਼ਨ ਕਰਦੇ ਆ ਸਬਸਿਡੀਜ਼ ਦਿੰਨੇ ਆ ਠੀਕ ਹੈ ਇਹਨੂੰ ਕਹਿੰਦੇ ਸੋਸ਼ਲਿਜ਼ਮ ਠੀਕ ਹੈ ਇੱਕ ਹੁੰਦਾ ਕੈਪੀਟਲਿਜ਼ਮ ਕੈਪੀਟਲਿਜ਼ਮ ਚ ਕੀ ਹੁੰਦਾ ਹੈ ਕਿ ਸਿਰਫ ਪ੍ਰੋਫਿਟ ਮੇਕਿੰਗ ਦੇਖੀ ਜਾਂਦੀ ਹੈ ਜਿੰਨੇ ਵੀ ਲੋਕੀ ਹੈ ਕੰਮ ਕਰਦੇ ਆ ਉਹਦੇ ਚ ਆਪਣੇ ਆਪ ਹੀ ਕਮਾਣਗੇ ਆਪਣੀ ਹੀ ਕਮਾਈ ਕਰਨਗੇ ਆਪਣੇ ਵਾਸਤੇ ਕੰਮ ਕਰਦੇ ਆ ਕੋਈ ਵੀ ਜਿਹੜੇ ਸੋਰਸਿਸ ਆ ਉਹ ਕਹਿ ਲਓ ਕਿ ਉਸ ਪ੍ਰਾਈਵੇਟ ਬੰਦੇ ਕੋਲ ਹੁੰਦਾ ਹੈ ਗਵਰਨਮੈਂਟ ਕੋਲ ਅਥਾਰਟੀ नहीं ਹੁੰਦੀ ਹੈ ਸੋਸ਼ਲਿਸਟ ਕੰਟਰੀ ਚ ਗਵਰਨਮੈਂਟ ਕੋਲ ਅਥਾਰਟੀ ਹੁੰਦੀ ਹੈ ਤੇ ਗਵਰਨਮੈਂਟ ਵੰਡਦੀ ਹੈ ਠੀਕ ਹੈ ਕਿ ਇਸ ਬੰਦੇ ਨੂੰ ਅਸੀਂ ਇੰਨਾ ਦੇਣਾ ਹੈ ਇਸ ਬੰਦੇ ਨੂੰ ਅਸੀਂ ਇਹ ਦੇਣਾ ਹੈ ਇਸ ਬੰਦੇ ਨੂੰ ਅਸੀਂ ਇਹ ਦੇਣਾ ਹੈ ਇਸ ਬੰਦੇ ਨੂੰ ਹੀ ਇੰਨਾ ਰਾਸ਼ਨ ਪ੍ਰੋਵਾਈਡ ਕਰਨਾ ਹੈ ਗਵਰਨਮੈਂਟ ਕੀ ਕਰ ਲੈਂਦੀ ਹੈ ਕਲੈਕਸ਼ਨ ਆਫ ਰਿਸੋਰਸਿਸ ਇਹ ਬਹੁਤ ਵਾਈਡ ਕਨਸੈਪਟ ਹੈ ਸੋਸ਼ਲਿਜ਼ਮ ਚ ਕੀ ਹੁੰਦਾ ਹੈ ਜੇ ਅਸੀਂ ਗੱਲ ਕਰੀਏ ਸੋਸ਼ਲਿਜ਼ਮ ਦਾ ਵੀ ਨੈਕਸਟ ਪਾਰਟ that means ਸੋਸ਼ਲਿਜ਼ਮ ਤੋਂ ਇੱਕ ਲੈਵਲ ਉੱਤੇ ਚੱਲ ਜੀ ਉਹਨੂੰ ਹੀ ਕਹਿੰਦੇ ਆ ਕਮਿਊਨਿਜ਼ਮ ਜੋ ਕਿ ਚਾਈਨਾ 'ਚ ਹੈ ਹੁਣ ਕਮਿਊਨਿਜ਼ਮ 'ਚ ਕੀ ਬੇਸਿਕਲੀ ਹੁੰਦਾ ਸਟੂਡੈਂਟਸ ਬਹੁਤ ਹੀ ਹਾਈ ਲੈਵਲ ਦੀ ਡਿਕਟੇਟਰਸ਼ਿਪ ਹੈ ਗਵਰਨਮੈਂਟ ਸਾਰੇ ਸੋਰਸਿਸ ਆਪਣੇ ਕੋਲ ਲੈ ਲੈਂਦੀ ਹੈ ਹਰ ਜਿਵੇਂ ਉਹ ਡਿਕਲੇਅਰ ਕਰ ਦੇਗੀ ਹਰ ਘਰ 'ਚ ਇੱਕ ਬੰਦਾ ਆਰਮੀ 'ਚ ਸਰਵ ਕਰੇਗਾ ਸੋ ਡਿਕਟੇਟਰਸ਼ਿਪ ਆ ਜਾਂਦੀ ਹੈ ਠੀਕ ਹੈ ਤੁਸੀਂ ਇੱਕ ਬੰਦਾ ਉੱਥੇ ਕਹਿ ਲਓ ਕਿ ਆਪਣੇ ਕੋਲ ਕਲੈਕਟਿਵ ਰਿਸੋਰਸਿਸ ਆਪਣੇ ਕੋਲ ਨਹੀਂ ਰੱਖ ਸਕਦਾ ਗਵਰਨਮੈਂਟ ਡਿਸਾਈਡ ਕਰੇਗੀ ਕਿ ਇਸ ਬੰਦੇ ਕੋਲ ਕਿੰਨੇ ਪੈਸੇ ਇਸ ਬੰਦੇ ਕੋ ਇੰਨੇ ਹੋਣੇ ਚਾਹੀਦੇ ਇਸ ਬੰਦੇ ਕੋਲ ਇੰਨੇ ਹੋਣੇ ਚਾਹੀਦੇ ਕਿਸੇ ਨੂੰ ਜੋ ਅਮੀਰ ਕਰਵਾਉਣਾ ਚਾਹੁੰਦੀ ਗਵਰਨਮੈਂਟ ਦੀ ਮਰਜ਼ੀ ਹੈ ਠੀਕ ਹੈ ਕਿਸੇ ਨੂੰ ਨਹੀਂ ਕਰਵਾਉਣਾ ਚਾਹੁੰਦੇ ਉਹ ਵੀ ਗਵਰਨਮੈਂਟ ਦੀ ਮਰਜ਼ੀ ਹੈ ਤੇ ਐਕਸਟ੍ਰੀਮ ਫਾਰਮ ਆਫ ਸੋਸ਼ਲਿਜ਼ਮ ਨੂੰ ਕੀ ਕਹਿੰਦੇ ਆ ਕਮਿਊਨਿਜ਼ਮ ਜੋ ਕਿ ਕਿੱਥੇ ਹੈ ਚਾਈਨਾ ਦੇ ਵਿੱਚ ਹੈ
ਚਾਈਨਾ 'ਚ ਕੀ ਹੈ ਬਹੁਤ ਜ਼ਿਆਦਾ ਡਿਕਟੇਟਰਸ਼ਿਪ ਹੈ ਹਾਂਗਕਾਂਗ ਦੇ ਵਿੱਚ ਰਾਈਟਸ ਹੋਏ ਸੀਗੇ ਤੁਹਾਨੂੰ ਪਤਾ ਹੀ ਹੈ ਸੋ ਇਹ ਚੀਜ਼ਾਂ ਥੋੜੀ ਅਲੱਗ ਲੈਵਲ ਤੇ ਹੈ ਬਟ ਇੰਡੀਆ 'ਚ ਕੀ ਹੈ ਇੰਡੀਆ 'ਚ ਕੰਪਲੀਟ ਸੋਸ਼ਲਿਜ਼ਮ ਨਹੀਂ ਹੈ ਨੋ ਡਾਊਟ ਇੰਡੀਆ ਇਜ਼ ਅ ਸੋਸ਼ਲ ਕੰਟਰੀ ਇੱਥੇ ਲੋਕ ਗਰੀਬ ਤਬਕੇ ਨੂੰ ਖਾਣਾ ਮਿਲਦਾ ਹੈ ਰਾਸ਼ਨ ਮਿਲਦਾ ਹੈ ਬੀਪੀਐਲ ਦੇ ਅੰਡਰ ਜਿਹੜੇ ਹੁੰਦੇ ਆ ਹੈਲਥ ਸਰਵਿਸਿਜ਼ ਮਿਲਦੀਆਂ ਆਯੁਸ਼ਮਾਨ ਭਾਰਤ ਦੇ ਅੰਡਰ ਫਾਰਮਰਸ ਨੂੰ ਸਬਸਿਡੀਜ਼ ਮਿਲਦੀਆਂ ਸੋ ਬੇਸਿਕਲੀ ਇੱਥੇ ਰਿਸੋਰਸਿਸ ਦੀ ਕਲੈਕਸ਼ਨ ਕਿਹਦੇ ਕੋਲ ਹੈ ਗਵਰਨਮੈਂਟ ਕੋਲ ਹੈ ਉਹ ਵੰਡ ਰਹੀ ਹੈ ਠੀਕ ਹੈ ਨਾ ਬਟ ਇੰਡੀਆ 'ਚ ਮਿਕਸ ਹੈ ਸੋਸ਼ਲਿਜ਼ਮ ਵੀ ਹੈ ਤੇ ਕੈਪੀਟਲਿਜ਼ਮ ਵੀ ਹੈ ਤੇ ਜਿਸ ਕੰਟਰੀ 'ਚ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ ਹੁੰਦੀ ਹੈ ਸੋਸ਼ਲਿਜ਼ਮ ਪਲੱਸ कैपिटलिज्म कैपिटल मीन्स अपना प्राइवेट मेकिंग सोशलिज्म मीन्स कि गवर्नमेंट दे अंडर है सब कुछ इनू असी कहने मिक्स्ड इकोनॉमी मिक्स्ड इकोनॉमी मीन्स बोथ पब्लिक एंड प्राइवेट सेक्टर आर इन्वॉल्वड दोनों पब्लिक भी ते प्राइवेट सेक्टर दोनों इन्वॉल्व होंगे The objectives stated by the preamble are to secure justice, liberty, equality of citizens, promote fraternity, to maintain unity and integrity. पहला की सीगा point nature of the state. दूसरा point की है पहला सीगा source of authority. दूसरा की है nature of state. तीसरा हुन की आगे objectives. Objectives direct याद होने चाहिए students. Justice, liberty, equality. Justice, liberty, equality. To all the citizens and to promote fraternity भाईचारा to maintain की unity and integrity of nation individual level ते की ਵਧेगी dignity चौथी चीज साडे preamble च की mention है date कि adoption date की है नवंबर 26 1949 प्लीज अपने कमेंट बॉक्स च लिखो कि नवंबर 26 1949 क्यों असी ਇਹਨੂੰ ਵਧਾ ਕੇ 26 ਜਨਵਰੀ 1950 ਕੀਤਾ ਸੀਗਾ ਇੱਕ ਪਾਰਟਿਕੂਲਰ ਡੇ ਕਰਕੇ ਇਹ ਤੁਹਾਡਾ ਪਹਿਲਾ ਕੁਐਸਚਨ ਹੈ ਜੋ ਪਿਛਲੇ ਲੈਕਚਰਸ ਤੋਂ ਤੁਹਾਨੂੰ ਮੈਂ ਟੈਸਟ ਲੈ ਰਿਹਾ ਪਲੀਜ਼ ਰਾਈਟ ਦਾ ਆਨਸਰ ਫॉर ਦਿਸ ਸੋ ਇਹਨੂੰ ਕੀ ਕਹਿੰਦੇ ਆ ਅਸੀਂ ਡੇਟ ਆਫ ਅਡਾਪਸ਼ਨ ਸਟੇਟ ਆਫ ਕਮੈਂਸਮੈਂਟ ਕੁਝ ਹੋਰ ਹੈ ਠੀਕ ਹੈ ਅਸੀਂ ਹੁਣ ਚੱਲਦੇ ਹਾਂ ਨੈਕਸਟ ਲੈਕਚਰ ਤੇ ਨੈਕਸਟ ਸਲਾਈਡ ਤੇ ਸੌਰੀ प्रिएम्बल ਦੇ ਕੁਝ ਕੀ ਵਰਡਸ ਹੈ ਜਿਹੜੇ ਮੈਂ ਤੁਹਾਨੂੰ ਐਕਸਪਲੇਨ ਕੀਤੇ ਹੈ ਇੱਕ ਹੋ ਗਿਆ ਤੁਹਾਡਾ ਨੇਚਰ ਆਫ ਸਟੇਟ ਮਤਲਬ ਕਿਦਾਂ ਦੀ ਹੈ ਸਾਡੀ people of India it indicates the ultimate sovereignty of the people sovereignty means the independent authority of the state not being subject to control of any other state or external power sovereign ਦਾ ਮਤਲਬ ਕੀ ਹੁੰਦਾ ਸਟੂਡੈਂਟਸ that India has its own authority ਤੁਹਾਨੂੰ ਮੈਂ ਸਭ ਐਕਸਪਲੇਨ ਕਰਤਾ ਹੈ कि जो इंडिया है वो अपनी अथॉरिटी है ਉਹਦੇ ਕੋਲ ਕਿਸੇ ਦੇ ਅੰਡਰ ਨਹੀਂ ਹੈ ਕਿਸੇ ਐਕਸਟਰਨਲ ਪਾਵਰ ਦੇ ਅੰਡਰ ਨਹੀਂ ਹੈ ਇਨ ਆਰ ਕੰਟਰੀ ਦਾ ਲੈਜਿਸਲੇਚਰ ਆਪਣੇ ਲਾਜ਼ ਬਣਾ ਸਕਦੀ ਹੈ ਕਿਸੇ ਕੰਟਰੀ ਤੋਂ ਪੁੱਛ ਕੇ ਲਾਅ ਨਹੀਂ ਬਣਾਉਂਦੀ ਸੋਸ਼ਲਿਸਟ ਦਾ ਮੀਨ ਮੈਂ ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰਤਾ ਹੈ ਕਿ ਸੋਸ਼ਲਿਸਟਿਕ ਐਂਡਸ ਕਿੱਦਾਂ ਸਾਨੂੰ ਚਾਹੀਦੇ ਆ ਡੈਮੋਕ੍ਰੈਟਿਕ ਮੀਨਸ ਦੇ ਨਾਲ ਠੀਕ ਹੈ ਤੇ ਸਾਡੇ ਕੰਟਰੀ 'ਚ ਕੀ ਹੈ ਮਿਕਸਡ ਇਕਨੋਮੀ ਹੈ ਸਟੂਡੈਂਟਸ ਆ ਦੇਖੋ ਇੱਥੇ ਲਿਖਿਆ ਨਾ ਮਿਕਸਡ ਇਕਨੋਮੀ This is the mixed economy. We have this mixed economy where both private and individual sectors coexist side by side. Each and everything ਤੁਹਾਨੂੰ explain ਕਰਤੀ ਗਈ ਹੈ. Secular. Student secular the meaning ਕਿਸੇ ਨੂੰ idea? Secular means that all the religions in India get equal respect, protection and support from the state. ਜਿੰਨੇ ਵੀ ਸਾਡੇ religions ਹੈ not even one ठीक है be it Hinduism be it Sikhism be it Christianity be it Jainism ठीक है कोई भी एक religion है ਜਿਹੜਾ ਉਹ ਸਾਰਿਆਂ ਨੂੰ equal protection ਹੈ ਕੋਈ ਐ ਨਹੀਂ ਕਿ ਅਸੀਂ ਇੱਕ particular religion ਨੂੰ ਵੱਧ ਇੱਜ਼ਤ ਦੇ ਰਹੇ ਹਾਂ particular ਉਸ ਦੂਸਰੇ religion ਨੂੰ ਘੱਟ ਮਿਲ ਰਹੀ ਹੈ ਸੋ secular ਦਾ means ਕੀ ਹੁੰਦਾ ਹੈ ਕੋਈ ਇੱਕ ਗਵਰਨਮੈਂਟ ਦਾ state ਦਾ ਕੋਈ ਇੱਕ religion ਨਹੀਂ ਹੁੰਦਾ गवर्नमेंट ਦਾ ਕੋਈ ਰਿਲੀਜਨ ਨਹੀਂ ਹੁੰਦਾ ਉਹੀ ਇੱਕ ਸਟੇਟ ਕੀ ਹੁੰਦੀ ਹੈ secular state the term means that all religion in India get equal respect protection and support from the state ਜਿਹੜਾ ਇਹ ਵਾਲਾ ਵਰਡਸ ਵੀ ਸੀਗਾ ਸਟੂਡੈਂਟਸ ਇਹ ਵੀ ਕਿਹੜੇ ਅਮੈਂਡਮੈਂਟ ਨਾਲ ਐਡ ਹੁੰਦਾ ਹੈ 42ਵੀਂ ਅਮੈਂਡਮੈਂਟ 1976 ਪ੍ਰੀਐਮਬਲ ਚ ਤਿੰਨ ਵਰਡਸ ਹੁੰਦੇ ਆ ਸਟੂਡੈਂਟਸ ਇੱਕ ਸੋਸ਼ਲਿਸਟ
secular or integrity? Please in लिख लो, one of the most important question preamble ਦਾ बहुत ਵਾਰੀ आया, PCS ਦੇ एग्जाम्स च भी आया ते कांस्टेबल ਨੂੰ ਲੈ ਕੇ सब इंस्पेक्टर ਨੂੰ ਲੈ ਕੇ ਸਾਰੇ ਪੰਜਾਬ ਚ ਆਏ। Democratic. The term implies that the Constitution of India has established form of constitution which gets its authority from the will of the people through election. Democracy. Students, democracy ਦਾ मतलब बहुत वाइड है, एक दिन ਚ ਤੇ समझ नहीं आना, ना ही मैं समझा पाना। राइट नाउ तुसी इन्ना याद रखो कि साडी इंडिया डेमोक्रेटिक कंट्री है, ठीक है, जिदे विच असी एक मतलब रिप्रेजेंटेटिव डेमोक्रेसी लैके आने हैं। रिप्रेजेंटेटिव दैट मीनस असी लीडर्स नूं चुनदे हैं, ठीक है, ते अगों लीडर सानू की करदे हैं, प्रेजेंट करते हैं। दो टूल्स होंदे हैं डेमोक्रेसी दे, एक हुंदा डायरैक्ट, एक हुंदा डायरैक्ट, एक हुंदा इनडायरैक्ट। जिहड़ी स्टूडेंट्स डायरैक्ट डेमोक्रेसी हुंदी है ना, वो बेसिकली की हुंदा जिहदे विच लोकी अपने अकॉर्डिंगली काम करते हैं, ठीक है। ਇਹਦੇ 5 ਟੂਲਸ ਹੈ, ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਬਿਕੋਜ਼ ਕਾਂਸਟੇਬਲ ਦੇ ਰਾਈਟ ਨਾਓ ਐਗਜ਼ਾਮ ਦੇ ਵਿੱਚ ਇੰਨਾ ਨਹੀਂ ਆਏਗਾ। ਮੈਂ ਤੁਹਾਨੂੰ ਦੱਸ ਦੇਣਾ ਦ 5 ਟੂਲਸ, ਜੇ ਕਿਸੇ ਨੂੰ ਪਤਾ ਵੀ ਹੈ 5 ਟੂਲਸ ਆਫ ਡਾਇਰੈਕਟ ਡੈਮੋਕ੍ਰੇਸੀ, ਪਲੀਜ਼ ਕਮੈਂਟ ਬਾਕਸ 'ਚ ਲਿਖ ਦਿਓ ਜਾਂ ਟੈਲੀਗ੍ਰਾਮ ਦੇ ਵਿੱਚ ਪੋਸਟ ਕਰ ਦਿਓ। ਡੈਮੋਕ੍ਰੇਸੀ ਦੇ ਡਾਇਰੈਕਟ ਦੇ ਕੀ ਹੁੰਦੇ ਆ 5, ਪਲੇਬਿਸਾਈਟ, ਰੈਫਰੈਂਡਮ, ਇਨੀਸ਼ੀਏਟ, ਰੀਕਾਲ। ਇਹ 4-5 ਟੂਲਸ ਹੁੰਦੇ ਆ ਡਾਇਰੈਕਟ ਡੈਮੋਕ੍ਰੇਸੀ ਦੇ। ਇਨਡਾਇਰੈਕਟ ਦਾ ਮੀਨਸ ਕਿ ਅਸੀਂ ਡਾਇਰੈਕਟਲੀ ਨਹੀਂ ਇੰਪਲੀਮੈਂਟ ਕਰਨਾ, ਵਿਚਕਾਰ ਕੌਣ ਆਏਗਾ, ਸਾਡਾ ਰਿਪਰੈਜ਼ੈਂਟੇਟਿਵ। ਜਿਵੇਂ ਅਸੀਂ ਐਮਐਲਏ ਚੁਣਦੇ ਆ ਆਪਣੇ ਲੋਕਲ ਲੈਵਲ ਤੇ, ਸੈਂਟਰ ਲੈਵਲ ਤੇ ਐਮਪੀ ਚੁਣਦੇ ਆ, ਠੀਕ ਹੈ, ਸੋ ਅਸੀਂ ਰਿਪਰੈਜ਼ੈਂਟ, ਉਹ ਸਾਨੂੰ ਰਿਪਰੈਜ਼ੈਂਟ ਕਰ ਰਹੇ ਆ, ਅਸੀਂ ਹਾਂ ਬੇਸਿਕਲੀ। ਸਟੂਡੈਂਟਸ ਬੇਸਿਕਲੀ ਸਰਕਾਰਾਂ, ਮੰਤਰੀ, ਐਮਐਲਏ, ਮੈਂਬਰ ਆਫ ਪਾਰਲੀਮੈਂਟ ਹੈ ਤੇ ਬੇਸਿਕਲੀ ਦੇਸ਼ ਦੇ ਸੇਵਕ, ਠੀਕ ਹੈ, ਉਹ ਸਾਨੂੰ ਰਿਪਰੈਜ਼ੈਂਟ ਕਰ ਰਹੇ ਆ। ਉਹ ਕਿ ਅਸੀਂ ਉਹਨਾਂ ਨੂੰ, ਗੱਲ ਹੈ ਕਿ ਅਸੀਂ 7ਵੇਂ ਅਸਮਾਨ ਤੇ ਚੜਾਤਾ ਹੈ, ਠੀਕ ਹੈ, ਬਟ ਹੈ ਤਾਂ ਉਹ ਲੋਕੀ ਹੈ, ਉਹ ਸਾਨੂੰ ਰਿਪਰੈਜ਼ੈਂਟ ਕਰ ਰਹੇ ਆ। ਕਿਉਂ? ਕਿਉਂਕਿ ਇੰਨੀ ਪੋਪੂਲੇਸ਼ਨ ਹੈ ਕਿ ਇੰਡੀਆ ਦੇ ਲੋਕੀ ਡਾਇਰੈਕਟ ਨਹੀਂ ਰੂਲ ਕਰ ਸਕਦੇ, ਅਸੀਂ ਚੁਣ ਕੇ ਉਹਨਾਂ ਨੂੰ ਭੇਜਦੇ ਹਾਂ, ਠੀਕ ਹੈ, ਤੇ ਉਹ ਬੇਸਿਕਲੀ ਸਾਨੂੰ ਰਿਪਰੈਜ਼ੈਂਟ ਕਰ ਰਹੇ। ਸੋ ਇੰਡੀਆ 'ਚ ਕੀ ਹੈ? ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੈ, ਠੀਕ ਹੈ। ਅਸੀਂ ਜਿੰਨੇ ਵੀ ਲਾਜ਼ ਬਣਾ ਰਹੇ ਹਾਂ ਉਹ ਆਪ ਬਣਾ ਰਹੇ ਹਾਂ, ਬਟ ਕਿਹਨੂੰ ਇਹ ਆਪਣਾ ਬੰਦਾ ਭੇਜਦੇ ਹਾਂ, ਕਿਹਦੇ ਫਾਰਮ 'ਚ? ਮੈਂਬਰ ਆਫ ਪਾਰਲੀਮੈਂਟ ਐਮਪੀ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮਐਲਏ। ਸੋ ਇੰਡੀਆ ਹੈਜ਼ ਅ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ। ਲਾਸਟ ਪੁਆਇੰਟ ਜਿਹੜਾ ਸਾਡੇ ਕੀਵਰਡ ਬਹੁਤ ਇੰਪੋਰਟੈਂਟ ਹੈ, ਉਹ ਹੈ ਰਿਪਬਲਿਕ। ਰਿਪਬਲਿਕ ਨੂੰ ਤੁਸੀਂ ਤੋੜ ਲਓ ਜੇ ਵਰਡ ਨੂੰ, ਤੇ ਕੀ ਹੁੰਦਾ? ਰੀ ਪਲਸ ਪਬਲਿਕ। ਰੀ ਦਾ ਮੀਨਸ ਰਿਪਰੈਜ਼ੈਂਟੇਟਿਵ, public, public. Representative of public means republic. The term indicates, ਇਹਦਾ ਇੱਕੋ ਹੀ ਲਾਈਨ ਡਾਇਰੈਕਟ ਕੁਐਸਚਨ ਆਏਗਾ ਕਿ ਰਿਪਬਲਿਕ ਦਾ ਮੀਨਿੰਗ ਕੀ ਹੁੰਦਾ? That means the head of the state is elected by the people. Student, ਦੋ ਚੀਜ਼ਾਂ ਤੁਹਾਨੂੰ ਦੱਸਣੀਆਂ, ਇੱਕ ਹੁੰਦਾ head of state, ਇੱਕ ਹੁੰਦਾ head of government. हेड ऑफ द स्टेट कौन होंदा है? प्रेसिडेंट। हेड ऑफ द गवर्नमेंट कौन होंदा है? प्राइम मिनिस्टर। सो हेड ऑफ द स्टेट इज प्रेसिडेंट, हेड ऑफ द गवर्नमेंट इज प्राइम मिनिस्टर। फिर ਅਸੀਂ ਇਹ ਦੋਵੇਂ ਚੀਜ਼ਾਂ ਅਗਲੇ ਲੈਕਚਰ 'ਚ ਪੜਾਂਗੇ ਕਿ ਹੈਡ ਆਫ ਦ ਸਟੇਟ ਤੇ ਹੈਡ ਆਫ ਦ ਗਵਰਨਮੈਂਟ 'ਚ ਕੀ ਫਰਕ ਹੁੰਦਾ ਹੈ। ਬਟ ਜਿੱਥੇ ਵੀ ਜਿਸ ਕੰਟਰੀ 'ਚ ਰਿਪਰੈਜ਼ੈਂਟੇਟਿਵ ਜਿਹੜਾ ਹੁੰਦਾ ਸਟੇਟ ਦਾ, ਉਹ ਇਲੈਕਟਿਡ ਹੁੰਦਾ ਹੈ। ਪ੍ਰੈਜ਼ੀਡੈਂਟ ਬੇਸਿਕਲੀ ਤੁਸੀਂ ਕਹੋਗੇ ਕਿ ਅਸੀਂ ਤਾਂ ਇਲੈਕਟ ਕਰਦੇ ਨਹੀਂ, ਅਸੀਂ ਤਾਂ ਮਿਨਿਸਟਰਸ ਨੂੰ ਇਲੈਕਟ ਕਰਦੇ ਹਾਂ, ਤੇ ਪ੍ਰੈਜ਼ੀਡੈਂਟ ਕਿਵੇਂ ਇਲੈਕਟਿਡ ਹੈ? ਇਲੈਕਟਿਡ ਹੈ ਕਿਉਂ? ਕਿਉਂਕਿ ਉਹਨੂੰ ਚੁਣ ਕੌਣ ਰਿਹਾ ਹੈ? ਇਹ ਵੀ ਤਾਂ ਦੇਖੋ ਨਾ, ਅਸੀਂ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਡੀਪ 'ਚ ਪੜਾਂਗੇ, ਬਟ ਪ੍ਰੈਜ਼ੀਡੈਂਟ ਨੂੰ ਬੇਸਿਕਲੀ ਕੌਣ ਚੁਣ ਰਿਹਾ ਹੈ? ਇਲੈਕਟਿਡ ਮੈਂਬਰਸ ਆਫ ਪਾਰਲੀਮੈਂਟ, elected members of legislative assembly, elected member of legislative assembly of all the union territories, Delhi, Puducherry and etc. So basically elected बंदे ही चुन रहे हैं किन्नू? president नू। तो obviously head of the state साडा की होएगा? elected है, but वो किवें है? indirectly elected। ਅਸੀਂ ਉਹਨੂੰ directly elect नहीं करते, ਅਸੀਂ ਪਹਿਲੇ ਮੈਂਬਰਸ ਆਫ ਪਾਰਲੀਮੈਂਟ ਚੁਣਨੇ ਆ, ਮੈਂਬਰ ਆਫ ਪਾਰਲੀਮੈਂਟ ਅੱਗੇ ਸੰਸਦ ਵਿੱਚ ਪਾਰਲੀਮੈਂਟ 'ਚ ਬੈਠ ਕੇ ਇਨਡਾਇਰੈਕਟ ਮੈਥਡ ਨਾਲ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਮੈਥਡ ਨਾਲ ਪ੍ਰੈਜ਼ੀਡੈਂਟ ਨੂੰ ਚੁਣਦੇ ਆ। ਅਸੀਂ ਮੈਥਡ ਆਫ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਅੱਛੇ ਤਰੀਕੇ ਨਾਲ ਕਰਨਾ,
बस तुसी यह याद रख लो कि रिप्रेजेंटेटिव of republic means where the head of the state is elected, जिथे वो चुनिया जाता है। head of the state means president, जिस कंट्री के president ਨੂੰ चुन के रखा जाता है वो की हुंदी है republic। ਇਹਨੂੰ मैं ਤੁਹਾਨੂੰ ਜੇ ਕੰਪੇਅਰ ਕਰਾਂ ਤੇ ਇੱਕ ਕੰਪੇਅਰ ਕਰ ਸਕਦਾ monarchy ਨਾਲ। monarchy means ਜਿੱਥੇ hereditary ਬੰਦਾ ਆਂਦਾ ਪਿੱਛੋਂ, ਉਹ ਬੰਦਾ ਇਲੈਕਟਡ ਨਹੀਂ ਹੁੰਦਾ। ਯੂਕੇ ਦੇ ਵਿੱਚ ਜਿਹੜੀ ਸਾਡੀ ਕੁਈਨ ਹੈ ਫॉर एग्जांपल, ਉਹ ਕੀ ਹੈ, ਹੈਰੀਡਿਟਰੀ ਹੈ ਪਿੱਛੋਂ, ਉਹਨੂੰ ਹੀ ਚੁਣ ਥੋੜੇ ਰਹੇ ਹੈ, ਉਹਦੀ ਹੀ ਫੈਮਿਲੀ ਲੀਨੀਏਜ ਅੱਗੇ ਚੱਲਦੀ ਪਈ ਹੈ। ਸੋ देयर इज डिफरेंस बिटवीन रिपब्लिक एंड मोनार्की। इंडिया की है रिपब्लिक है, मोनार्की नहीं है, ये याद रखियो स्टूडेंट्स। सो स्टूडेंट्स ये साडे कीवर्ड्स हो जाते हैं। नैक्सट असी जिहड़ा हैगा वा दो चीज़ां पढ़ांगे प्रीएम्बल दे बारे, बहुत ही इंपॉर्टेंट क्वेश्चन है। ओके, स्टेटस की है साडे प्रीएम्बल दा, ठीक है। 1995 च एक केस हुंदा है यूनियन गवर्नमेंट वर्सेस LIC ऑफ इंडिया। ਉਹਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜਾ ਪ੍ਰੀਐम्बल ਹੈ ਨਾ ਇਹ ਕਨਸਟੀਟਿਊਸ਼ਨ ਦਾ ਪਾਰਟ ਹੈ, ਲੇਕਿਨ ਤੁਸੀਂ ਕੋਰਟ ਵਿੱਚ ਇਹਨੂੰ ਨਹੀਂ ਲੈ ਕੇ ਜਾ ਸਕਦੇ ਕਿ ਤੁਸੀਂ ਕਹੋ ਕਿ ਦੇਖੋ ਮੇਰੀ ਇਹ ਚੀਜ਼ ਵਾਇਓਲੇਟ ਹੋ ਰਹੀ ਹੈ ਤੇ ਪ੍ਰੀਐम्बल ਚ ਲਿਖੀ ਹੋਈ ਹੈ। नो, प्रीएम्बल इज नॉट इनफोर्सेबल इन अ कोर्ट ऑफ लॉ और कोर्ट ऑफ जस्टिस इन इंडिया। ਇਹ ਤੁਸੀਂ ਲਾਈਨ ਯਾਦ ਰੱਖਣੀ ਹੈ। डायरेक्ट क्वेश्चन आ सकता है कि इस प्रीएम्बल जस्टिसेबल, ਤੁਹਾਨੂੰ क्वेश्चन लिख देना, is preamble justiciable? ਤੁਸੀਂ ਕੀ ਕਹੋਗੇ स्टूडेंट्स? No, it is not enforceable in a court of law. Preamble is not justiciable. You cannot take preamble to the court. ਤੁਸੀਂ preamble ਨੂੰ ਕੋਰਟ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਆਹ ਦੇਖੋ ਸਾਡਾ ਆਬਜੈਕਟਿਵ ਵਾਇਓਲੇਟ ਹੋ ਰਿਹਾ ਤੇ ਅਸੀਂ ਇਹਨੂੰ ਕੋਰਟ 'ਚ ਲੈ ਕੇ ਜਾਣਾ। This is not justiciable. ਬੈਰੋਬਾਰੀ ਯੂਨੀਅਨ ਕੇਸ ਆਇਆ ਸੀ ਸਭ ਤੋਂ ਪਹਿਲਾਂ, ਇਸ ਦੀ ਹਿਸਟਰੀ ਤੁਹਾਨੂੰ ਦੱਸ ਰਿਹਾ। उस केस से क्या सीगा, इट इज नॉट द पार्ट ऑफ कॉन्स्टिट्यूशन। फिर केशव नंदा भारती केस आया, उन्हें क्या नहीं ये इंटीग्रल पार्ट है, बट उन्हें यह नहीं कहा सीगा कुछ अमेंडमेंट बारे। लेकिन लास्ट विच एक आंदा यूनियन गवर्नमेंट ऑफ LIC केस, उहदे च डिक्लेयर हो जाता है यस द प्रीएम्बल इज एन इंटीग्रल पार्ट ऑफ द कॉन्स्टिट्यूशन बट इट इज नॉट इनफोर्सेबल इन द कोर्ट ऑफ लॉ। पार्ट है कॉन्स्टिट्यूशन का, ठीक है। तो हुण जे कॉन्स्टिट्यूशन का पार्ट है तो असीं इहनूं अमेंड भी तो कर सकते हैं, जो ही नैक्सट लेट च पढ़ांगे। जो स्टूडेंट्स अमेंडमेंट प्रोसीजर है ना, यह थोड़ा जिहा कॉम्पलैक्स लगेगा तुहानूं, जो कि मैं तुहानूं नैक्सट लैक्चर च कवर करवावांगा। उस तो बाद असीं एक नवा टॉपिक करांगे फंडामेंटल राइट्स, जो कि साडा बहुत ही इंपॉर्टेंट टॉपिक है, ठीक है। जिवें मैं तुहानूं दस देना थोड़ी जी उहदी इंट्रोडक्शन। पहला अमेंडमेंट ऑफ प्रीएम्बल दा तुसीं बस स्टूडेंट्स हजे तक इन्ना याद रख लो कि हाँ प्रीएम्बल कैन बी अमेंडेड बट उहदा बेसिक स्ट्रक्चर नहीं तुसीं चेंज कर सकते, बट डिटेल च तुहानूं करवावांगा नैक्सट क्लास। उस तो बाद असी थोड़ा जिहा दसांगे कि की अमेंड होए सी, जिवें 42वीं अमेंडमेंट 1976 दे विच 3 वर्ड्स ऐड हुंदे अमेंडमेंट नाल। फिर नैक्सट चैप्टर च स्टूडेंट्स पार्ट 3 ते जावांगे, जिहदे विच फंडामेंटल राइट, फंडामेंटल ड्यूटीज पढ़ांगे। फंडामेंटल राइट आर द थर्ड, पार्ट 3 फंडामेंटल ड्यूटीज आर द पार्ट 4A, बिकॉज 4 जिहड़ा पार्ट है, पार्ट 4 की है साडा डायरेक्टिव प्रिंसिपल्स ऑफ स्टेट पॉलिसी है, पार्ट 4, ठीक है। सो ये 3 चीज़ां असीं इकट्ठे पढ़नियां, फंडामेंटल राइट, फंडामेंटल ड्यूटीज एंड डायरेक्टिव प्रिंसिपल्स। गारंटी के क्वेश्चन इन्हां दे विचों आंदा हमेशा, ते असीं गलत नहीं करना। तुसीं एज ए होमवर्क प्लीज़ जिथे भी तुहाडे कोल सोर्सिस बुक्स हैगियां वे, 3-4 सोर्सिस तुहानूं अज मैं वैसे दस देना जीके दे वास्ते। जे घरों तुसीं आप एक बारी हेल्प साडे नोट्स दे नाल पढ़ना चाहते हो। जीके दे विच 3 बुक्स आंदियां ने जो बेसिक जीके तुहाडे वास्ते फायदेमंद। एक लूसेंट दी बुक आंदी है, एक मनोहर पांडे दी आंदी अरिहंत दी, ठीक है। ते ये 2 बुक्स है कि तुसीं रेफर कर सकते हो एज ए रेफरेंस बुक विद दिस, बट राइट नाउ तुसीं सारी बुक्स नहीं पढ़ सकते। जिन्ना मैं तुहानूं करवा रहा उन्ना ही फोकस करो। सो ये 3 चीज़ां ही इकट्ठे पढ़ांगे, फिर उस तो बाद असीं फंडामेंटल राइट बारे पढ़ांगे, साडे नैक्सट क्लासेस ने। होप सो तुहानूं अज लैक्चर मेरा पसंद आया। जे नहीं पसंद आया तां भी दस दिओ, कमेंट बॉक्स 'च बोल दिओ, ते जे कोई प्रॉब्लम्स होणगीआं मैनूं दस दिओ। Hope so you enjoyed my lecture. This is Sankalp Gupta my side. Have a nice day.